ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ 815 ਅੰਗ ਤੇ ਪਹੁੰਚੀ। 55 ਸ਼ਬਦ ਰਾਗ ਬਿਲਾਵਲ ਦੇ ਪਿੱਛੇ ਆਪਾਂ ਵਿਚਾਰ ਚੁੱਕੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਕਿਰਪਾ ਦੇ ਘਰ ਵਿੱਚ, ਦਇਆ ਦੇ ਘਰ ਵਿੱਚ ਆ ਕੇ ਅੰਮ੍ਰਿਤ ਬਚਨ ਉਚਾਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। हर भगतां का आसरा अन नाहि ठाओ। राग बिलावल है और पंजवें पातशाह जी अमृत बचन उचारते हैं। हर भगतां का आसरा, हरि अपने भगतां दा आसरा है। हर एक नूं कोई ना कोई आसरा हुंदा है। किसे ना किसे ते टेक हर एक ने रखी हुंदी है कि मैनू तकलीफ आवेगी ते फलाना स्यों फलाना बंदा वो मेरी मदद करेगा। घर दे परिवार दे मैंबरां नूं भी दस छड्डदा भी फलाणे कोल जाओ, अमके कोल जाए। कोई धन ते आसरा रख लेंदा, कोई अपनी चतराई ते, कोई चलाकी ते। गल की हर एक ने कोई ना कोई धिर ते आसरा बनाया हुंदा, लभ्या हुंदा। पशुआं पंछियां ते जानवरां ने भी कोई ना कोई आसरा तक्या हुंदा है। जदों कोई औखा समा आउंदा, जंगल च अग लगे जां किसी तरह की समस्या आवे, आसरा वो भी लभ लैंदे, पंछी भी आसरा लभ लैंदे। पर हरि दे जिहड़े भगत ने, हरि दे भगतां दा इक्को एक आसरा है और वो है खुद हरि अकाल पुरख वाहिगुरू परमेश्वर। भगतां नूं रब दे आसरे तो बिना कोई दूजा आसरा ही नहीं है। अन नाही ठाओ, कहंदे साडे लई वाहिगुरू होर कोई थां ही कोई नहीं। रब तो बिना साडे लई कोई टेक नहीं, कोई आसरा नहीं, कोई थां नहीं जिथे जाके असीं आसरा लै सकीए, जिथे जाके असीं टेक ग्रहण कर सकीए। साडी टेक, साडा आसरा है प्रभु केवल तू है। ਬੱਬਰ ਸ਼ੇਰਾਂ ਨੂੰ ਰੱਖਣ ਦੀ ਤਾਕਤ ਹਰ ਇੱਕ ਵਿੱਚ ਥੋੜੀ ਹੁੰਦੀ। ਹਰ ਕੋਈ ਥੋੜੀ ਬੱਬਰ ਸ਼ੇਰ ਪਾਲ ਸਕਦਾ, ਕੋਈ ਖਾਸ ਹੀ ਪਾਲੇਗਾ ਨਾ। ਇਸੇ ਤਰ੍ਹਾਂ ਭਗਤਾਂ ਨੂੰ ਰੱਖਣ ਵਾਸਤੇ ਕੇਵਲ ਹਰੀ ਅਕਾਲ ਪੁਰਖ ਹੈ। ਉਹਦੇ ਤੋਂ ਬਿਨਾਂ ਕਿਸੇ ਹੋਰ 'ਚ ਸਮਰੱਥਾ ਹੀ ਕੋਈ ਨਹੀਂ ਜਿਹੜਾ ਆਪਣੇ ਭਗਤਾਂ ਨੂੰ, ਉਹਨਾਂ ਭਗਤਾਂ ਦੀ ਰੱਖਿਆ ਕਰ ਸਕੇ ਜਾਂ ਉਹਨਾਂ ਨੂੰ ਰੱਖ ਸਕੇ। जिड्डी वड्डी ताकत दे मालक ने भगत, वो केवल हरि च ही समा सकते ने। किसी होर पास समुंदर कदे वेख्या किते छोटे जे कुजे च आके समा सके। तो हरि अकाल पुरख वाहिगुरू परमेश्वर दा आसरा है उहदे भगतां। हर भगतां का आसरा, हर हरि जिहड़ा वो भगतां दा आसरा है। अन नाही ठाओ, भगतां नूं अपने हरि अकाल पुरख परमेश्वर तो बिना होर कोई थां, कोई आसरा नहीं। ताण दीवान परवार धन प्रभ तेरा नाम। हे प्रभु जेड़े तेरे भगत ने, तेरे जन ने, तेरे सेवक ने, उन्हां दा ताण बल, उन्हां दा दीवान आसरा
ਪਰਿਵਾਰ, ਧਨ ਸੰਪਦਾ, हे ਪ੍ਰਭੂ ਇਹ ਸਭ ਕੁਝ ਤੇਰਾ ਨਾਮ ਹੀ ਹੈ ਉਹਨਾਂ ਵਾਸਤੇ। ਤੇਰਾ ਨਾਮ ਹੀ ਉਹਨਾਂ ਦਾ ਤਾਣ ਹੈ, ਤੇਰਾ ਨਾਮ ਹੀ ਉਹਨਾਂ ਦਾ ਦੀਵਾਨ ਹੈ, ਤੇਰਾ ਨਾਮ ਹੀ ਉਹਨਾਂ ਦਾ ਪਰਿਵਾਰ ਹੈ, ਔਰ ਤੇਰਾ ਨਾਮ ਹੀ ਉਹਨਾਂ ਦਾ ਧਨ ਹੈ, ਪੂੰਜੀ ਹੈ। ਉਹਨਾਂ ਦਾ ਸਭ ਕੁਝ ਤੇਰਾ ਨਾਮ ਹੈ। हे ਪ੍ਰਭੂ ਉਹ ਕੇਵਲ ਤੇਰੇ ਨਾਮ ਨੂੰ ਹੀ ਆਪਣਾ ਸਭ ਕੁਝ ਮੰਨਦੇ ਆ। ਉਹ ਕਹਿੰਦੇ ਹਰ ਨਾਮ ਹੈ ਨਾਲ ਗੱਲਾਂ, ਹਰ ਨਾਮ ਹੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰ। ਉਹ ਕਹਿੰਦੇ ਹਰ ਨਾਮ ਹਮਾਰਾ ਛਤ ਹੀ ਪ੍ਰਕਾਰ ਭੋਜਨ, ਜਿਤ ਖਾਧਾ ਹਮਕੋ ਤ੍ਰਿਪਤ ਪਈ। ਸਭ ਕੁਝ ਉਹਨਾਂ ਵਾਸਤੇ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੀ ਹੈ। ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਮੰਨਦੇ ਹਨ। ਕਰ ਕਿਰਪਾ ਪ੍ਰਭ ਆਪਣੇ, ਆਪਣੇ ਦਾਸ ਰਖ ਲਈਏ। ਪ੍ਰਭੂ ਜੀ ਤੁਸੀਂ ਆਪਣੀ ਕਿਰਪਾ ਕਰਕੇ, ਆਪਣੀ ਦਇਆ ਕਰਕੇ ਆਪਣੇ ਦਾਸਾਂ ਨੂੰ ਰੱਖ ਲਿਆ। ਆਪਣੀ ਕਿਰਪਾ ਧਾਰ ਕੇ, ਆਪਣੀ ਦਇਆ ਕਰਕੇ, ਕਿਰਪਾ ਕਰਕੇ ਮਹਾਰਾਜ ਜੀ ਤੁਸੀਂ ਆਪਣੇ ਦਾਸ ਰੱਖ ਲਏ ਨੇ। ਕਰ ਕਿਰਪਾ ਪ੍ਰਭ ਆਪਣੀ, ਆਪਣੇ ਦਾਸ ਰੱਖ ਲੀਏ। ਆਪਣੇ ਦਾਸ ਰੱਖ ਲੀਏ, ਲੀਤੇ ਰੱਖ ਲਏ ਨੇ। ਕਿਰਪਾ ਕਰਕੇ, ਦਇਆ ਕਰਕੇ ਆਪਣੇ ਦਾਸਾਂ ਨੂੰ ਵਾਹਿਗੁਰੂ ਜੀ ਤੁਸੀਂ ਰੱਖ ਲਿਆ। ਨਿੰਦਕ ਨਿੰਦਾ ਕਰ ਪਚੇ, ਜਮਕਾਲ ਗ੍ਰਸੀਏ। ਜਿਹੜੇ ਨਿੰਦਕ ਨੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨਾ ਜਿਨ੍ਹਾਂ ਦਾ ਸੁਭਾਅ ਹੈ, ਜਿਨ੍ਹਾਂ ਨੇ ਕੇਵਲ ਨਿੰਦਾ ਹੀ ਕਰਨੀ ਹੈ ਸੰਤ ਜਨਾਂ ਦੀ, ਰੱਬ ਦੇ ਪਿਆਰਿਆਂ ਦੀ, ਜਿਨ੍ਹਾਂ ਦੀ ਕਥਾ ਵੀ ਨਿੰਦਾ ਹੀ ਬਣ ਚੁੱਕੀ ਹੈ, ਜਿਹੜੇ ਨਿੰਦਾ ਹੀ ਕਰਦੇ ਹੈ ਰੱਬ ਦੇ ਪਿਆਰਿਆਂ ਦੀ। ਆਪ ਨ ਦੇਹ ਚਰੂ ਭਰ ਪਾਨੀ, ਤੇ ਨਿੰਦਾ ਜਿਹ ਗੰਗਾ ਆਨੀ। ਇਹੋ ਜਿਹੇ ਜਿਹੜੇ ਨਿੰਦਾ ਕਰਨ ਵਾਲੇ ਨਿੰਦਕ ਨੇ, ਉਹ ਆਪਣੀ ਉਸ ਨਿੰਦਾ 'ਚ ਹੀ ਪਚੇ ਰਹਿੰਦੇ ਆ, ਖੁਆਰ ਹੁੰਦੇ ਰਹਿੰਦੇ, ਉਸੇ ਵਿੱਚ ਹੀ ਕਿਰਜਦੇ ਰਹਿੰਦੇ। ਅੰਤ ਨੂੰ ਜਮ ਕਾਲ ਉਹਨਾਂ ਨੂੰ ਗਰਸ ਲੈਂਦਾ, ਆਪਣੀ ਖੁਰਾਕ ਬਣਾ ਲੈਂਦਾ। ਉਹ ਜੰਮਾਂ ਦੇ ਵਸ ਪੈਂਦੇ ਆ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਵਾਲੇ ਨਿੰਦਕ ਨੇ। ਉਹਨਾਂ ਨੂੰ ਜਮ ਕਾਲ ਗਰਸਦੇ ਨੇ, ਜਮਦੂਤ ਗਰਸਦੇ ਨੇ। ਉਹ ਜੰਮਾਂ ਦੇ ਵਸ ਪੈਂਦੇ ਹਨ। ਰਹਾਉ ਸੰਤਾ ਏਕ ਧਿਆਵਨਾ, ਦੂਸਰ ਕੋ ਨਾ ਹੈ। ਰੱਬ ਦੇ ਪਿਆਰੇ ਜਿਹੜੇ ਸੰਤ ਨੇ ਉਹ ਇੱਕ ਨੂੰ ਹੀ ਧਿਆਉਂਦੇ ਆ, ਇੱਕ ਨੂੰ ਹੀ ਆਰਾਧਦੇ ਆ। ਉਹਦੇ ਇੱਕ ਤੋਂ ਬਿਨਾਂ ਦੂਜੀ ਕੋਈ ਥਾਂ ਹੀ ਨਹੀਂ ਉਹਨਾਂ ਨੂੰ। ਦੂਜੇ ਦੀ ਤਾਂ ਉਹ ਟੇਕ ਹੀ ਨਹੀਂ ਰੱਖਦੇ, ਦੂਜੇ ਦੀ ਤਾਂ ਆਸ ਹੀ ਨਹੀਂ ਰੱਖਦੇ। ਉਹ ਕਹਿੰਦੇ ਦੂਜਾ ਕਾਹੇ ਸਿਮਰਿਆ, ਜੰਮੈ ਤੈ ਮਰ ਜਾਏ। ਦੂਜਾ ਤਾਂ ਹੈ ਹੀ ਨਹੀਂ। ਕੇਵਲ ਇੱਕ ਨੂੰ ਧਿਆਉਂਦੇ ਨੇ, ਇੱਕ ਨੂੰ ਆਰਾਧਦੇ ਨੇ ਰੱਬ ਦੇ ਪਿਆਰੇ। ਕਿਸੇ ਦੂਸਰੇ ਦੇ ਪਾਸ ਉਹ ਨਹੀਂ ਜਾਂਦੇ। ਏਕਸ ਆਗੇ ਬੇਨਤੀ, ਰਵਿਆ ਸਰਬ ਥਾਏ। ਉਹ ਇੱਕ ਅੱਗੇ ਹੀ ਬੇਨਤੀਆਂ ਕਰਦੇ ਨੇ, ਇੱਕ ਅੱਗੇ ਹੀ। ਕਹਿੰਦੇ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਅੱਗੇ ਬੇਨਤੀ ਹੈ ਜਿਹੜਾ ਸਰਬ ਥਾਵਾਂ ਦੇ ਉੱਤੇ ਰਮਿਆ ਹੋਇਆ ਹੈ। ਰਵਿਆ ਸਰਬ ਥਾਏ, ਜਿਹੜਾ ਸਰਬ ਸਾਰੀਆਂ ਥਾਵਾਂ ਦੇ ਉੱਤੇ ਰਮਿਆ ਹੋਇਆ, ਉਸ ਇੱਕ ਦੇ ਚਰਨਾਂ ਦੇ ਵਿੱਚ ਹੀ ਰੱਬ ਦੇ ਪਿਆਰੇ ਬੇਨਤੀਆਂ ਕਰਦੇ ਹਨ। ਕਥਾ ਪੁਰਾਤਨ ਇਉ ਸੁਣੇ, ਭਗਤਨ ਕੇ ਬਾਣੇ। ਕਹਿੰਦੇ ਮੈਂ ਪੁਰਾਤਨ ਕਥਾ ਸੁਣੀ ਆ, ਪੁਰਾਣੀ ਤੋਂ ਪੁਰਾਣੀ, ਤੇ ਪੁਰਾਣੀ ਤੋਂ ਪੁਰਾਣੀ ਕਥਾ ਸੁਣ ਕੇ ਮੈਂ ਇਹ ਸੁਣਿਆ ਕਿ ਪਰਮੇਸ਼ਰ ਆਪਣੇ ਭਗਤਾਂ ਦੀ ਬਾਣੀ ਸੁਣ ਕੇ ਭੱਜ ਕੇ ਉਹਨਾਂ ਦੀ ਰੱਖਿਆ ਕਰਨ ਆਉਂਦਾ ਹੈ। ਇਹ ਮੈਂ ਪੁਰਾਤਨ ਤੋਂ ਪੁਰਾਤਨ, ਪ੍ਰਹਿਲਾਦ ਸਭ ਤੋਂ ਪਹਿਲੇ ਭਗਤ ਨੇ ਸਤਯੁਗ ਦੇ, ਉਹਦੀ ਬਾਣੀ ਸੁਣੀ ਤੇ ਵਾਹਿਗੁਰੂ ਜੀ ਆਪ ਉਹਦੀ ਰੱਖਿਆ ਕਰਨ ਆ ਗਏ।
ਕਹਿੰਦੇ ਮੈਂ ਇਹ ਪੁਰਾਤਨ ਤੋਂ ਪੁਰਾਤਨ ਕਥਾ ਸੁਣੀ, ਕੋਈ ਨਵੀਂ ਗੱਲ ਨਹੀਂ ਹੈ। ਪੁਰਾਤਨ ਤੋਂ ਪੁਰਾਤਨ ਕਥਾ ਪੁਰਾਤਨ ਇਉਂ ਸੁਣੀ, ਪੁਰਾਤਨ ਕਥਾ ਇਉਂ ਸੁਣੀ ਹੈ ਕਿ ਆਪਣੇ ਭਗਤਾਂ ਦੀ ਬਾਣੀ ਬੇਨਤੀ ਸੁਣ ਕੇ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਝੱਟ ਆ ਬੋੜਦਾ ਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ। ਜਿੱਥੇ ਜਿੱਥੇ ਵੀ ਭਗਤਾਂ ਨੇ ਬੇਨਤੀ ਕੀਤੀ, ਅਰਾਧਿਆ, ਵਾਹਿਗੁਰੂ ਜੀ ਉੱਥੇ ਹੀ ਹਾਜ਼ਰ ਹੋ ਗਏ। ਤਰਨਤਾਰਨ ਸਾਹਿਬ ਦੇ ਨੇੜੇ ਇੱਕ ਅਸਥਾਨ ਹੈ, ਗੁਰਦੁਆਰਾ ਭੱਠ ਸਾਹਿਬ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਦੇ ਅਨੰਨ ਸੇਵਕ ਗੁਰਮੁਖ ਪਿਆਰੇ ਮਹਾਂਪੁਰਸ਼ ਹੋਏ, ਉਹਨਾਂ ਦੀ ਯਾਦ ਵਿੱਚ ਉਹ ਅਸਥਾਨ ਹੈ। ਦੁਸ਼ਾਲੇ ਲੈ ਕੇ ਆਉਂਦੇ, ਫੌਜ ਪਿੱਛੇ ਲੱਗੀ ਹੋਈ, ਸਿਪਾਹੀ ਪਿੱਛੇ ਲੱਗੇ ਹੋਏ, ਕਿੱਧਰ ਜਾਈਏ ਕਿੱਧਰ ਬਚੀਏ, ਬਲਦਾ ਹੋਇਆ ਭੱਠ ਸੀ, ਉਹਦੇ ਚ ਜਾ ਵੜੇ। 6ਵੇਂ ਪਾਤਸ਼ਾਹ ਨੂੰ ਅਰਾਧਿਆ ਮਹਾਰਾਜ, ਹੁਣ ਹੋਰ ਕੋਈ ਥਾਂ ਨਹੀਂ ਸੀ ਬਚਣ ਨੂੰ। ਉਧਰ 6ਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਤਨ ਤੇ ਜਲ ਪਵਾ ਰਹੇ ਨੇ ਤੇ ਭਾਈ ਬਿਧੀ ਚੰਦ ਜੀ ਦੇ ਹੱਥਾਂ ਵਿੱਚ ਫੜੇ ਦੁਸ਼ਾਲੇ ਤਾਂ ਸੜ ਗਏ, ਪਰ ਭੱਠ ਏਦਾਂ ਠੰਡਾ ਠਾਰ ਹੋ ਗਿਆ ਅੰਦਰ ਜਿਵੇਂ ਕੋਈ ਬਰਫ਼ ਦਾ ਮਹਿਲ ਹੋਵੇ। ਉੱਥੇ ਇਤਿਹਾਸਕ ਸਥਾਨ ਹੈ ਗੁਰਦੁਆਰਾ ਭੱਠ ਸਾਹਿਬ। ਮੈਂ ਇਹ ਪੁਰਾਤਨ ਕਥਾ ਸੁਣੀ ਹੈ ਕਿ ਜਿੱਥੇ ਵੀ ਮੇਰੇ ਸਾਹਿਬ ਦੇ ਭਗਤਾਂ ਨੇ ਮੇਰੇ ਸਾਹਿਬ ਨੂੰ ਅਰਾਧਿਆ, ਸਾਹਿਬ ਜੀ ਝੱਟ ਉੱਥੇ ਹਾਜ਼ਰ ਹੋ ਗਏ ਨੇ। ਜੇ ਮੱਖਣ ਸ਼ਾਹ ਲੁਬਾਣੇ ਨੇ ਬਰੇਤੀ 'ਚ ਜਹਾਜ਼ ਧਸਿਆ, ਉੱਥੇ ਅਰਾਧਿਆ, ਤੇ ਮੇਰੇ ਸਾਹਿਬ ਮੇਰੇ ਗੁਰਦੇਵ ਉੱਥੇ ਜਾ ਪਹੁੰਚੇ ਉਹਦੀ ਰੱਖਿਆ ਕਰਨ ਵਾਸਤੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਮੈਂ ਇਹ ਪੁਰਾਤਨ ਕਥਾ ਸੁਣੀ ਹੈ ਕਿ ਆਪਣੇ ਭਗਤਾਂ ਦੀ ਬਾਣੀ ਸੁਣ ਕੇ, ਬੇਨਤੀ ਸੁਣ ਕੇ ਵਾਹਿਗੁਰੂ ਜੀ ਆਪ ਬੌੜਦੇ ਹਨ। ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ। ਆਪਣੇ ਜਨਾਂ ਦੀ ਬੇਨਤੀ ਮੰਨ ਲਈ ਔਰ ਜਿਹੜੇ ਦੁਸ਼ਟ ਸੀ ਉਹਨਾਂ ਦੁਸ਼ਟਾਂ ਨੂੰ ਟੁਕੜੇ ਟੁਕੜੇ ਕਰ ਦਿੱਤਾ। ਹਰਨਾਕਸ਼ ਨੂੰ ਟੁਕੜੇ ਟੁਕੜੇ ਕਰ ਦਿੱਤਾ ਔਰ ਆਪਣੇ ਭਗਤ ਪ੍ਰਹਿਲਾਦ ਦੀ ਬੇਨਤੀ ਵਾਹਿਗੁਰੂ ਜੀ ਨੇ ਸੁਣ ਲਈ, ਉਹਨਾਂ ਦੀ ਗੱਲ ਮੰਨ ਲਈ ਔਰ ਹਰਨਾਕਸ਼ ਨੂੰ ਟੁਕੜੇ ਟੁਕੜੇ ਕਰਕੇ ਸੁੱਟ ਦਿੱਤਾ। ਇਹੀ ਮੇਰੇ ਸਾਹਿਬ ਦੀ ਬਾਣ ਹੈ, ਮੇਰੇ ਸਾਹਿਬ ਦਾ ਸੁਭਾਅ ਹੈ ਕਿ ਆਪਣੇ ਭਗਤਾਂ ਦੀ ਬੇਨਤੀ ਮੰਨ ਕੇ ਆਪਣੇ ਭਗਤਾਂ ਨਾਲ ਵੈਰ ਰੱਖਣ ਵਾਲੇ ਦੁਸ਼ਟਾਂ ਨੂੰ ਉਹ ਟੁਕੜੇ ਟੁਕੜੇ ਖੰਡ ਖੰਡ ਕਰ ਦਿੰਦਾ ਹੈ। ਸਤ ਬਚਨ ਨਾਨਕ ਕਹੈ ਪ੍ਰਗਟ ਸਭ ਮਾਹੇ। ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਸੱਚ ਬਚਨ ਕਹਿਣਾ, ਜੋ ਕਹਿ ਰਿਹਾ ਇਹ ਸਾਰੇ ਸੰਸਾਰ 'ਚ ਪ੍ਰਗਟ ਨੇ, ਇਹ ਕੋਈ ਦੋ ਰਾਏ ਵਾਲੇ ਬੋਲ ਨਹੀਂ। ਕਹਿੰਦੇ ਜੋ ਮੈਂ ਕਹਿ ਰਿਹਾ ਇਹ ਸਤ ਬਚਨ ਹਨ, ਸੱਚੇ ਬਚਨ ਹਨ ਔਰ ਸਾਰੇ ਜਗਤ ਦੇ ਵਿੱਚ ਪ੍ਰਗਟ ਹਨ। ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕੋ ਭਉ ਨਾਹੀ। ਜਿਹੜੇ ਪ੍ਰਭੂ ਦੇ ਸੇਵਕ ਹਨ, ਕਹਿੰਦੇ ਹੇ ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਹਾਂ। ਪ੍ਰਭ ਕੇ ਸੇਵਕ ਸਰਣ ਪ੍ਰਭ ਤਿਨ ਕੋ ਭਉ ਨਾਹੀ। ਪ੍ਰਭੂ ਦੇ ਸੇਵਕ ਪ੍ਰਭੂ ਦੀ ਸ਼ਰਨ ਵਿੱਚ ਨੇ, ਉਹਨਾਂ ਨੂੰ ਕਿਸੇ ਦਾ ਭਉ ਨਹੀਂ ਹੈ, ਉਹਨਾਂ ਨੂੰ ਕਿਸੇ ਦਾ ਖੌਫ ਨਹੀਂ ਹੈ। ਜਦੋਂ ਪ੍ਰਭੂ ਦੀ ਸ਼ਰਨ 'ਚ ਪਏ ਨੇ ਪ੍ਰਭੂ ਦੇ ਸੇਵਕ, ਤੇ ਫਿਰ ਉਹਨਾਂ ਨੂੰ ਕਿਹਦਾ ਭਉ, ਕਿਹਦਾ ਡਰ। ਆਪਣੇ ਮਾਲਕ ਦੀ ਸ਼ਰਨ ਵਿੱਚ ਬੈਠਿਆਂ ਨੂੰ ਕਿਸੇ ਦਾ ਭਉ ਨਹੀਂ, ਜਿਹੜੇ ਰੱਬ ਦੇ ਪਿਆਰੇ ਹਨ। ਬਿਲਾਵਲ ਮਹੱਲਾ ਪੰਜਵਾ। ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ। ਉਹ ਪ੍ਰਭੂ ਐਸਾ ਹੈ, ਆਪਣੇ ਸੇਵਕਾਂ ਦੇ ਬੰਧਨ ਕੱਟਣ ਵਾਲਾ ਹੈ, ਆਪਣੇ ਸੇਵਕਾਂ ਦੇ ਬੰਧਨ ਕੱਟਦਾ। ਕੌਣ ਕੱਟਦਾ ਬੰਧਨ? ਜਿਹਦੇ ਹੱਥ ਵਿੱਚ ਕਲਾ ਹੈ। ਜਾਂ ਕੈ ਕਲ ਹਾਥ, ਜਿਸ ਦੇ ਹੱਥ ਵਿੱਚ ਸਾਰੀਆਂ ਕਲਾਵਾਂ ਨੇ, ਜੋ ਸਰਬ ਕਲਾਵਾਂ ਦਾ ਮਾਲਕ ਹੈ,
ਉਹ ਆਪਣਿਆਂ ਸੇਵਕਾਂ ਦੇ ਬੰਧਨ ਕੱਟਣ ਵਾਲਾ ਹੈ। ਅਵਰ ਕਰਮ ਨਹੀਂ ਛੂਟਿਐ, ਰਾਖੋ ਹਰ ਨਾਥ। हे ਹਰੀਨਾਥ, ਕਿਰਪਾ ਕਰੋ, ਸਾਨੂੰ ਰੱਖ ਲਓ ਆਪਣੀ ਸ਼ਰਨ ਵਿੱਚ ਆਇਆਂ ਨੂੰ। ਮੈਂ ਆਪਣੇ ਕਿਸੇ ਹੋਰ ਕਰਮ ਕਰਕੇ ਨਹੀਂ ਛੁੱਟ ਸਕਦਾ, ਆਪਣੇ ਕਰਮਾਂ ਕਰਕੇ ਨਹੀਂ ਮੈਂ ਛੁੱਟ ਸਕਦਾ, ਤੇਰੀ ਬਖਸ਼ਿਸ਼ ਕਰਕੇ ਛੁੱਟ ਸਕਦਾ। ਜੇ ਤੁਸੀਂ ਕਿਰਪਾ ਕਰੋ ਤੇ ਛੁਡਾ ਲਵੋ। ਆਪਣੇ ਕਰਮ ਹੂੰ ਕੋ ਨਰਕ ਹੂੰ ਨਾ ਠੌਰ ਪਾਵੋ। ਜਿਹੋ ਜੇ ਮੇਰੇ ਕਰਮ ਨੇ ਵਾਹਿਗੁਰੂ, ਮੈਂ ਤਾਂ ਨਰਕਾਂ ਵਿੱਚ ਵੀ ਥਾਂ ਨਾ ਪਾਵਾਂ। ਕਿਰਪਾ ਕਰੋ ਮਹਾਰਾਜ, ਤੁਸੀਂ ਮੇਰੀਆਂ ਕਰਤੂਤਾਂ ਤੇ ਕਰਮ ਨਾ ਵੇਖੋ, ਆਪਣੇ ਸ਼ਰਨ ਆਏ ਦੀ ਲਾਜ ਪਾਲੋ ਮਹਾਰਾਜ। ਆਪਣੀ ਲਾਜ ਪਾਲੋ, ਆਪਣੇ ਨਾਮ ਦੀ ਲਾਜ ਪਾਲੋ, ਆਪਣੇ ਨਾਮ ਦੇ ਬਿਰਧ ਬਾਣੇ ਦੀ ਲਾਜ ਪਾਲੋ ਮਹਾਰਾਜ। ਸ਼ਰਨ ਆਇਆਂ ਨੂੰ ਰੱਖ ਲਓ। ਅਵਰ ਕਰਮ ਨਹੀਂ ਛੂਟੀ ਹੈ, ਹੋਰ ਕਿਸੇ ਕਰਮ ਨਾਲ ਨਹੀਂ ਮੈਂ ਛੁੱਟ ਸਕਦਾ। ਰਾਖੋ ਹਰ ਨਾਥ, हे ਹਰੀਨਾਥ, ਸਾਨੂੰ ਰੱਖ ਲਓ, ਆਪਣੀ ਸ਼ਰਨ ਵਿੱਚ ਰੱਖ ਲਓ। ਤਾਉ ਸਰਨਾਗਤ ਮਾਧਵੇ, ਪੂਰਨ ਦਇਆਲ। हे ਪੂਰਨ ਦਿਆਲ ਪ੍ਰਭੂ, ਮੈਂ ਤੇਰੀ ਸ਼ਰਨ ਵਿੱਚ ਹਾਂ, ਤੇਰੀ ਪਨਾਹ ਵਿੱਚ ਹਾਂ। ਰੱਖ ਲਓ ਮਹਾਰਾਜ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਛੂਟ ਜਾਏ ਸੰਸਾਰ ਤੇ, ਰਾਖੈ ਗੋਪਾਲ। ਜੇ ਗੋਪਾਲ ਰੱਖ ਲਵੇ ਤਾਂ ਮੈਂ ਇਹ ਸੰਸਾਰ ਤੋਂ ਛੁੱਟ ਸਕਦਾ, ਇਹ ਸੰਸਾਰ ਤੋਂ ਮੇਰੀ ਬੰਦ ਖਲਾਸੀ ਹੋ ਸਕਦੀ। ਜੇ ਮੇਰਾ ਮਾਲਕ ਹਰੀ ਵਾਹਿਗੁਰੂ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਵੇ ਤਾਂ ਮੈਂ ਇਹ ਸੰਸਾਰ ਤੋਂ ਛੁੱਟ ਸਕਦਾ, ਵਰਨਾ ਆਪਣੇ ਕਿਸੇ ਕਰਮ ਕਰਕੇ ਨਹੀਂ ਛੁੱਟ ਸਕਦਾ। ਦਇਆ ਕਰੋ ਮਹਾਰਾਜ, ਰੱਖ ਲਵੋ, ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਰਾਖ ਲਿਓ ਹਮ ਤੇ ਬੇਗਰੀ, ਰਾਖ ਲਿਓ ਹਮ ਤੇ ਬੇਗਰੀ। ਰਾਖ ਲਿਓ ਹਮ ਤੇ ਬੇਗਰੀ, ਰਾਖ ਲਿਓ ਹਮ ਤੇ ਬੇਗਰੀ। ਰਾਖ ਲਿਓ ਹਮ ਤੇ ਬੇਗਰੀ, ਰਾਖ ਲਿਓ ਹਮ ਤੇ ਬੇਗਰੀ। ਰਾਖ ਲਿਓ ਹਮ ਤੇ ਬੇਗਰੀ, ਰਾਖ ਲਿਓ ਹਮ ਤੇ ਬੇਗਰੀ। ਮਹਾਰਾਜ ਜੀ ਰੱਖ ਲਓ, ਤੁਹਾਡੀ ਸ਼ਰਨ ਵਿੱਚ ਹਾਂ। ਅਸੀਂ ਤਾਂ ਵਿਗਾੜ ਹੀ ਕਰਦੇ ਹਾਂ ਮਹਾਰਾਜ, ਸਾਡੇ ਤੋਂ ਤਾਂ ਵਿਗੜਦੀ ਹੈ। ਤੁਸੀਂ ਕਿਰਪਾ ਕਰੋ ਮਹਾਰਾਜ, ਰੱਖ ਲਓ। ਜਿਨ੍ਹਾਂ ਨੂੰ ਰੱਖ ਲੈਂਦੇ ਹੋ ਉਹ ਇਸ ਭਵ ਸਾਗਰ ਤੋਂ, ਸੰਸਾਰ ਤੋਂ ਛੁੱਟ ਜਾਂਦੇ ਹਨ। ਰਹਾਉ ਆਸਾ ਭਰਮ ਬੇਕਾਰ ਮੋਹ, ਇਨ ਮਹਿ ਲੋਭਾਨਾ। ਆਸਾਂ ਕਰਨੀਆਂ, ਇੱਕ ਆਸ ਨਹੀਂ, ਕਈ ਆਸਾਂ ਨੇ ਮਨ 'ਚ। ਆਸਾ ਫਿਰ ਭਰਮ ਨੇ ਬੜੇ ਮਹਾਰਾਜ ਸਾਡੇ ਹਿਰਦਿਆਂ 'ਚ, ਵਿਕਾਰ ਨੇ, ਮੋਹ ਨੇ। ਇਹਨਾਂ ਵਿੱਚ ਮੈਂ ਲੁਭਾਨਾ, ਲੋਭੀ ਹੋ ਰਿਹਾ, ਲੰਪਟ ਹੋ ਰਿਹਾ। ਆਸਾ ਦੇ ਵਿੱਚ, ਭਰਮ ਦੇ ਵਿੱਚ, ਵਿਕਾਰਾਂ ਵਿੱਚ, ਮੋਹ ਵਿੱਚ ਮੈਂ ਲੋਭੀ ਹੋ ਰਿਹਾ, ਲੁਭਾਏਮਾਨ ਹੋ ਰਿਹਾ। ਇਹਨਾਂ ਵਿਕਾਰਾਂ ਵਿੱਚ ਹੀ ਤਦਾਕਾਰ ਹੋ ਰਿਹਾ। ਹਾਂਜੀ। ਝੂਠ ਸਮਗਰੇ ਮਨ ਵਸੇ, ਪਾਰ ਬ੍ਰਹਮ ਨਾ ਜਾਣਾ। ਆ ਜਿਹੜੀ ਸੁਪਨੇ ਦੇ ਸਮਾਨ ਝੂਠੀ ਸਮੱਗਰੀ ਹੈ, ਜਿੰਨਾ ਕੁਝ ਅਸੀਂ ਆਲਾ ਦੁਆਲਾ ਵੇਖ ਰਹੇ ਹਾਂ ਸਭ ਝੂਠੀ ਸਮੱਗਰੀ ਹੈ। ਸਰੀਰ ਝੂਠਾ ਹੈ, ਇਹਦੇ ਨਾਲ ਜੁੜੀ ਹਰ ਇੱਕ ਸ਼ੈ ਝੂਠੀ ਹੈ। ਇਸ ਝੂਠੀ ਸਮੱਗਰੀ ਨੂੰ ਅਸੀਂ ਆਪਣੇ ਮਨ 'ਚ ਵਸਾਇਆ ਹੋਇਆ, ਛੁੱਟਦੀ ਨਹੀਂ ਹੈ। ਤੇ ਜਿਹੜਾ ਪਾਰ ਬ੍ਰਹਮ ਇਸ ਸਮੱਗਰੀ ਦੇ ਪੈਦਾ ਕਰਨ ਵਾਲਾ ਹੈ, ਇਹਦੇ ਜਿਸ ਦੇ ਆਸ਼ਰਿਤ ਤੇ ਸਾਰੀ ਸਮੱਗਰੀ ਟਿਕੀ ਹੋਈ ਹੈ,
ਕਹਿੰਦੇ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਮੈਂ ਨਹੀਂ ਜਾਣਦਾ। ਮੇਰੀ ਹਾਲਤ ਐਸੀ ਹੈ। ਝੂਠੀ ਸਮੱਗਰੀ ਨੂੰ ਵੇਖ ਕੇ ਮੈਂ ਸੱਚ ਕਰਕੇ ਜਾਣ ਰਿਹਾ। ਜੋ ਸੱਚ ਹੈ ਉਹ ਮੇਰੀਆਂ ਅੱਖਾਂ ਤੋਂ ਪਰੋਖੇ ਹੋ ਰਿਹਾ, ਅੱਖਾਂ ਤੋਂ ਓਹਲੇ ਹੋ ਰਿਹਾ। ਹੇ ਵਾਹਿਗੁਰੂ, ਅਸੀਂ ਐਸੇ ਭਰਮ ਵਿੱਚ ਆ, ਐਸੇ ਭੁਲੇਖੇ ਵਿੱਚ ਆ। ਹਾਂਜੀ। ਪਰਮ ਜੋਤ ਪੂਰਨ ਪੁਰਖ ਸਭ ਜੇ ਤੁਮਾਰੇ। ਹੇ ਵਾਹਿਗੁਰੂ, ਤੇਰੀ ਸ੍ਰੇਸ਼ਟ ਜੋਤ ਹੈ ਜਿਹੜੀ ਸਾਰਿਆਂ 'ਚ ਪੂਰਨ ਹੈ। ਹੇ ਪੂਰਨ ਪੁਰਖ, ਤੇਰੀ ਪਰਮ ਸ੍ਰੇਸ਼ਟ ਜੋਤ ਸਭ ਵਿੱਚ ਰਮ ਰਹੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਹੇ ਵਾਹਿਗੁਰੂ, ਤੇਰੀ ਸ੍ਰੇਸ਼ਟ ਜੋਤ ਹੈ ਜਿਹੜੀ ਸਾਰਿਆਂ ਵਿੱਚ ਵਸ ਰਹੀ ਹੈ। ਸਭ ਜੀਅ ਤੁਮਾਰੇ। ਹੇ ਪ੍ਰਭੂ, ਇਹ ਜਿਤਨੇ ਸੰਸਾਰ ਦੇ ਜੀ ਨੇ ਤੇਰੇ ਨੇ, ਤੂੰ ਇਹਨਾਂ ਦਾ ਹੈ, ਇਹ ਤੇਰੇ ਨੇ, ਇਹ ਤੇਰੇ ਕਰਕੇ ਨੇ। ਵਾਹਿਗੁਰੂ, ਤੂੰ ਹੈ ਤਾਂ ਇਹ ਹੈਣ, ਨਹੀਂ ਤਾਂ ਇਹਨਾਂ ਦੀ ਕੀ ਹਸਤੀ, ਇਹਨਾਂ ਦਾ ਕੀ ਵਜੂਦ ਹੈ। ਇਹ ਜਿਤਨੇ ਸੰਸਾਰ ਦੇ ਜੀ ਹਨ, ਹੇ ਵਾਹਿਗੁਰੂ, ਇਹ ਤੇਰੇ ਹਨ। ਜਿਉ ਤੂੰ ਰੱਖ ਹੈ ਤਿਉ ਰਹਾ, ਪ੍ਰਭ ਅਗੰਮ ਅਪਾਰੇ। ਹੇ ਪ੍ਰਭੂ, ਤੂੰ ਅਗੰਮ ਹੈ, ਅਪਾਰ ਪਾਰਾਵਾਰ ਤੋਂ ਰਹਿਤ ਹੈ। ਜਿਵੇਂ ਤੂੰ ਰੱਖਦਾ ਮੈਂ ਤਿਵੇਂ ਰਹਿੰਦਾ। ਮੇਰੀ ਕੀ ਤਾਕਤ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਸਕਾਂ। ਜਿਵੇਂ ਤੂੰ ਰੱਖਦਾ ਤਿਵੇਂ ਰਹਿੰਦਾ। ਜਿਉਂ ਤੂੰ ਰੱਖ ਹੈ ਤਿਉ ਰਹਾ। ਇਹ ਐਸੀ ਉੱਚੀ ਖੇਡ ਹੈ ਖਾਲਸਾ ਜੀ, ਜੇ ਕਿਤੇ ਇਹ ਜਾਚ ਆ ਜੇ ਸਾਨੂੰ ਜੋ ਮਹਾਰਾਜ ਜੀ ਇੱਥੇ ਦੱਸ ਰਹੇ ਨੇ, ਫਿਰ ਤਾਂ ਰਸ ਹੀ ਰਸ ਹੈ, ਆਨੰਦ ਹੀ ਆਨੰਦ ਹੈ। ਫਿਰ ਤਾਂ ਤਤੀਆਂ ਤਵੀਆਂ ਤੇ ਬੈਠਿਆਂ ਵੀ ਮੇਰੇ ਸਾਹਿਬ ਪਰਮੇਸ਼ਰ ਦੀ ਸਿਫਤ ਦੇ ਗੀਤ ਗਾਉਂਦੇ ਹੈ। ਜਿਵੇਂ ਤੂੰ ਰੱਖੇ ਮੈਂ ਤਿਵੇਂ ਰਹਿੰਦਾ। ਰਹਿਣਾ ਵੀ ਵੈਸੇ ਹੀ ਪੈਂਦਾ। ਜੇ ਰਾਜੀ ਹੋ ਕੇ ਰਹਾਂਗੇ ਤੇ ਆਨੰਦ 'ਚ ਰਹਾਂਗੇ। ਹੀਲ ਹੁਜਤਾਂ ਕਰਕੇ ਵੀ ਮੰਨਣਾ ਤਾਂ ਪੈਂਦਾ ਹੀ ਹੈ ਨਾ। ਉਹ ਤਾਂ ਸੱਚੀ ਸਰਕਾਰ ਹੈ, ਉਹਨੇ ਤਾਂ ਫੈਸਲਾ ਹੱਕ ਦਾ ਕਰਨਾ, ਸੱਚ ਦਾ ਕਰਨਾ। ਇੱਥੇ ਝੂਠੀਆਂ ਸਰਕਾਰਾਂ ਜੋ ਥੋਪ ਦੇਣ ਲੋਕਾਂ ਤੇ, ਉਹ ਵੀ ਮੰਨਦੇ ਆ ਲੋਕ। ਨਾਲੇ ਜ਼ੁਲਮ ਕਰਕੇ ਥੋਪਣ, ਗਲੇ ਘੋਟ ਕੇ ਥੋਪਣ, ਤਾਂ ਵੀ ਤਾਂ ਲੋਕ ਮੰਨਦੇ ਆ ਨਾ। ਹਾਂ, ਜਿਹੜੇ ਉਹਨਾਂ ਦੇ ਚਿਮਚੇ ਹੁੰਦੇ ਉਹ ਕਹਿੰਦੇ ਨਹੀਂ ਜੀ ਸਹੀ ਫੈਸਲਾ ਸਾਡੀ ਸਰਕਾਰ ਨੇ ਕੀਤਾ, ਪਰ ਅੰਦਰ ਖਾਤੇ ਉਹ ਵੀ ਦੁਖੀ ਹੁੰਦੇ ਆ। ਸੱਚੀ ਸਰਕਾਰ ਜੋ ਕਰ ਦਿੰਦੀ ਹੈ ਨਾ, ਉਹਦੇ ਵਿੱਚ ਰਹਿਣਾ ਸਾਰਿਆਂ ਨੂੰ ਪੈਣਾ। ਉਹਨੇ ਕਰਨਾ ਇਨਸਾਫ ਹੈ, ਨਿਆਂ ਕਰਨਾ। ਇਹ ਨਹੀਂ ਕਿਸੇ ਨਾਲ ਬੇਇਨਸਾਫੀ ਜਾਂ ਬੇਨਿਆਈ ਕਰਨੀ। ਤੇ ਰੱਬ ਦੇ ਪਿਆਰੇ ਉਸ ਸੱਚੀ ਸਰਕਾਰ ਦੇ ਕੀਤੇ ਫੈਸਲੇ ਦੇ ਅਨੁਸਾਰ ਚੱਲਦੇ ਨੇ, ਰਹਿੰਦੇ ਨੇ। ਜਿਵੇਂ ਉਹ ਰੱਖਦਾ ਤਿਵੇਂ ਵਿਚਰਦੇ। ਹੇ ਵਾਹਿਗੁਰੂ, ਜਿਵੇਂ ਤੂੰ ਰੱਖਦਾ ਹੈ ਤਿਉਂ ਰਹਾ ਮੈਂ ਤਿਵੇਂ ਰਹਿੰਦਾ ਹਾਂ। ਪ੍ਰਭ ਅਗਮ ਅਪਾਰੇ। ਹੇ ਪ੍ਰਭੂ, ਤੂੰ ਅਗੰਮ ਹੈ, ਅਪਾਰੇ ਪਾਰਾਵਾਰ ਤੋਂ ਰਹਿਤ ਹੈ। ਜਿਵੇਂ ਰੱਖਦਾ ਮੈਂ ਤਿਵੇਂ ਰਹਿੰਦਾ ਹਾਂ। ਕਾਰਣ ਕਾਰਣ ਸਮਰੱਥ ਪ੍ਰਭ। ਹੇ ਪ੍ਰਭੂ, ਤੂੰ ਕਰਨ ਵਾਲਾ ਵੀ ਹੈ ਤੇ ਕਾਰਨ ਵੀ ਹੈ। ਅਕਸਰ ਕਾਰਨ ਹੋਰ ਹੁੰਦਾ, ਕਰਨ ਵਾਲਾ ਹੋਰ ਹੁੰਦਾ। ਜੋ ਕੀਤਾ ਜਾ ਰਿਹਾ ਉਹ ਤੀਜੀ ਕਿਰਿਆ ਹੋਰ ਹੁੰਦੀ। ਕਰਨ ਵਾਲਾ ਕਰਤਾ ਵੀ ਤੂੰ ਖੁਦ ਹੈ। ਉਹਦੇ ਜੋ ਹੋਇਆ ਇਹਦਾ ਜਿਹੜਾ ਕਾਰਨ ਹੈ ਉਹ ਵੀ ਤੂੰ ਆਪ ਹੈ। ਤੂੰ ਕਾਰਨ ਵੱਖਰਾ ਨਹੀਂ। ਕਾਰਨ ਤੋਂ ਕਾਰਜ ਉਤਪੰਨ ਹੁੰਦਾ ਤੇ ਕਰਤਾ ਵੱਖਰਾ ਹੁੰਦਾ। ਤਿੰਨ ਚੀਜ਼ਾਂ ਹੋ ਗਈਆਂ ਨਾ, ਕਾਰਨ, ਕਾਰਜ, ਫਿਰ ਉਹਨੂੰ ਕਰਨ ਵਾਲਾ ਕਰਤਾ।
ਤੂੰ ਤਿੰਨੇ ਆਪ ਹੀ ਹੈ, ਤੂੰ ਕਾਰਨ ਵੀ ਹੈ, ਤੂੰ ਕਰਤਾ ਵੀ ਹੈ, ਤੂੰ ਕਾਰਜ ਰੂਪ ਵੀ ਹੈ, ਸਭ ਕੁਝ ਤੂੰ ਹੈ। ਇਸ ਕਰਕੇ ਕਹਿੰਦੇ ਕਰਨ ਕਾਰਨ, ਕਰਨ ਵਾਲਾ ਵੀ ਹੈ, ਕਾਰਨ ਵੀ ਹੈ। ਸਮਰੱਥ ਪ੍ਰਭ, ਹੇ ਪ੍ਰਭੂ ਤੂੰ ਸਮਰੱਥ ਹੈ, ਕੁਝ ਵੀ ਕਰਨ ਦੀ ਸਮਰੱਥਾ ਰੱਖਦਾ, ਕੁਝ ਵੀ। ਇਹ ਭੁਲੇਖਾ ਹੀ ਆ ਲੋਕਾਂ ਨੂੰ ਮੈਂ ਕਰ ਰਿਹਾ, ਪਰਮੇਸ਼ਰ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ, ਕੁਝ ਵੀ ਕਰ ਸਕਦਾ ਹੈ। ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕੀ ਕਰ ਸਕਦਾ, ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਿ ਇੱਕ ਨਿੱਕਾ ਜਿਹਾ ਜੋ ਵੇਖਿਆ ਵੀ ਨਾ ਜਾ ਸਕੇ ਐਸਾ ਅਣੂ ਬਣਾ ਦੇਵੇ ਕਿ ਸਾਰੀ ਦੁਨੀਆ ਨੂੰ ਕੰਬਾ ਕੇ ਰੱਖ ਦੇਵੇ। ਉਹ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਐਸਾ ਤਾੜ ਕੇ ਰੱਖ ਦਿੱਤੇ ਸਾਰੇ ਘਰਾਂ ਵਿੱਚ, ਦਰਵਾਜ਼ਿਆਂ 'ਚ ਬੰਦ। ਤੋ ਕਰਤਾ ਕੀ ਨਹੀਂ ਕਰ ਸਕਦਾ, ਉਹਦੇ ਵਾਸਤੇ ਸ਼ਬਦ ਨਹੀਂ ਹੈ ਵੀ ਉਹ ਆ ਨਹੀਂ ਕਰ ਸਕਦਾ ਜਾਂ ਅਸੰਭਵ। ਇਹ ਡਾਇਰੀ ਨਹੀਂ ਹੈ ਉਹਦੀ ਡਾਇਰੀ 'ਚ ਸ਼ਬਦ ਹੀ ਨਹੀਂ ਹੈ, ਉਹਦੇ ਕੋਸ਼ ਵਿੱਚ। ਉਹ ਸਮਰੱਥ ਹੈ, ਕੁਝ ਵੀ ਕਰਨ ਦੀ ਤਾਕਤ ਹੈ ਉਹਦੇ ਪਾਸ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜਿਹੜੇ ਕਹਿੰਦੇ ਆ ਨਾ ਸਾਡਾ ਸਿਰ ਏਡਾ, ਕੱਦ ਏਡਾ ਉੱਚਾ, ਅਸੀਂ ਅਸਮਾਨ 'ਚ ਨਹੀਂ ਮੇਮਦੇ, ਵਾਹਿਗੁਰੂ ਉਹਨਾਂ ਦੀਆਂ ਨੱਕਾਂ 'ਚ ਨਕੇਲ ਪਾ ਕੇ ਨਾ ਥੱਲੇ ਲੈ ਆਉਂਦਾ ਧਰਤੀ ਤੇ। ਵਾਹਿਗੁਰੂ ਪਾਤਸ਼ਾਹ ਦੇ ਬਚਨ ਨੇ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜਿਨ੍ਹਾਂ ਦਾ ਕੱਦ ਕਹਿੰਦੇ ਸਾਡਾ ਏਡਾ ਉੱਚਾ, ਸਾਡਾ ਸਿਰ ਤਾਂ ਅਸਮਾਨ ਨੂੰ ਨਹੀਂ ਮੇਮਦਾ ਜੀ। ਤੁਸੀਂ ਕੀ ਹੋ ਸਾਡੇ ਸਾਹਮਣੇ? ਉਹ ਜਿਹੜੇ ਰੱਬ ਉਹਨਾਂ ਦੇ ਨੱਕ 'ਚ ਨਕੇਲ ਪਾ ਕੇ ਵੀ ਥੱਲੇ ਭੋਇਆਂ ਸੁੱਟ ਲੈਂਦਾ, ਜ਼ਮੀਨ ਤੇ ਸੁੱਟ ਲੈਂਦਾ। ਤੇ ਜਿਹੜੇ ਭੋਏ ਡਿੱਗੇ ਹੁੰਦੇ ਆ ਉਹਨਾਂ ਨੂੰ ਅਸਮਾਨੀ ਚਾੜ ਦਿੰਦਾ ਹੈ। ਉਹ ਸਮਰੱਥ ਹੈ। ਦੇਹ ਆਪਣਾ ਨਾਮ, ਏ ਵਾਹਿਗੁਰੂ ਸਾਡੇ ਤੇ ਤਰਸ ਕਰੋ, ਸਾਨੂੰ ਆਪਣਾ ਨਾਮ ਦੇ ਦਿਓ। ਨਾਮ ਆਪਣੇ ਅੰਮ੍ਰਿਤ ਨਾਮ ਦੀ ਦਾਤ ਮਹਾਰਾਜ ਜੀ ਸਾਡੀ ਝੋਲੀ ਵਿੱਚ ਪਾ ਦਿਓ। ਨਾਨਕ ਤਰੀਐ ਸਾਧ ਸੰਗ, ਹਰ ਹਰ ਗੁਣ ਗਾਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਤਰਿਆ ਜਾ ਸਕਦਾ ਹੈ। ਇਸ ਕਰਕੇ ਸੰਗਤ ਵਿੱਚ ਆ ਕੇ ਹਰ ਹਰ ਗੁਣ ਗਾਓ, ਹਰੀ ਹਰੀ ਦੇ ਗੁਣ ਗਾਓ, ਹਰੀ ਦੀ ਸਿਫਤ ਕਰੋ। ਕਿਉਂਕਿ ਸਾਧ ਸੰਗਤ ਵਿੱਚ ਆ ਕੇ ਜਦੋਂ ਹਰੀ ਗੁਣ ਗਾਓਗੇ ਤਾਂ ਇਸ ਭਵ ਸਾਗਰ ਤੋਂ, ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹੋ, ਹੋਰ ਕੋਈ ਤਰੀਕਾ ਨਹੀਂ। ਸੰਗਤ ਕਰਨੀ ਅਤੀ ਜ਼ਰੂਰੀ ਹੈ। ਹਰ ਇੱਕ ਗੁਰਸਿੱਖ ਲਈ, ਹਰ ਇੱਕ ਪ੍ਰਾਣੀ ਮਾਤਰ ਲਈ ਆਪਣੇ ਗੁਰਦੇਵ ਦੀ ਸੰਗਤ ਕਰਨੀ ਅਤੀ ਜ਼ਰੂਰੀ ਹੈ। ਜਿੰਨੇ ਮਰਜ਼ੀ ਸੰਸਾਰ ਦੇ ਕੰਮ ਧੰਦੇ ਕਰਦੇ ਆ, ਕਰੋ ਭਾਈ, ਪਰ ਉਹਨਾਂ ਸਾਰੇ ਕੰਮ ਧੰਦਿਆਂ ਦੇ ਨਾਲ ਨਾਲ ਆਪਣੇ ਜੀਵਨ ਦਾ ਇਹ ਨੇਮ ਹਰ ਇੱਕ ਗੁਰਸਿੱਖ ਬਣਾਵੇ। ਕੁਝ ਸਮਾਂ ਆਪਣੇ ਗੁਰੂ ਦੀ ਸੰਗਤ ਵਿੱਚ ਜਾ ਕੇ ਬੈਠਣਾ ਹੀ ਬੈਠਣਾ, ਕਥਾ ਕੀਰਤਨ ਸੁਣਨੀ ਸੁਣਨੀ। ਜੇ ਚਾਹੁੰਦੇ ਹੋ ਇਸ ਭਵ ਸਾਗਰ ਤੋਂ ਤਰਨਾ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ 'ਚ ਲਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ ਕਿ ਅੱਜ 13 ਤਰੀਕ ਨੂੰ ਸ਼ਾਮ ਨੂੰ 7 ਤੋਂ 9:30 ਵਜੇ ਤੱਕ ਦੀਵਾਨ ਹਾਲ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਤਿਕਾਰਯੋਗ ਮਾਤਾ ਜੀ, ਮਾਤਾ ਸਾਹਿਬ ਦੇਵਾਂ ਜੀ ਦਾ ਪਵਿੱਤਰ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। 7 ਤੋਂ 9:30 ਵਜੇ ਤੱਕ ਅੱਜ ਦੀਵਾਨ ਸਜਣਗੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਸਮਾਗਮਾਂ ਵਿੱਚ ਸ਼ਮੂਲੀਅਤ ਕਰੋ।
ਮਾਤਾ ਸਾਹਿਬ ਦੇਵਾਂ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮਨਾਉਂਦੇ ਆ। ਮਾਤਾ ਜੀ ਦੀਆਂ ਅਸੀਸਾਂ ਦੇ ਪਾਤਰ ਬਣੋ। ਗੁਰੂ ਕੇ ਲੰਗਰ ਟੁੱਟ ਵਰਤਣਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂ ਦਾ ਸਰਵਣ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।